ਇਸਲਾਮ ਜਾਂ ਈਸਾਈ ਧਰਮ ਵਿੱਚ ਧਰਮ ਪਰਿਵਰਤਨ ਕਰਕੇ ਸ਼ਾਮਲ ਹੋਣ ਵਾਲੇ ਦਲਿਤਾਂ ਨੂੰ ਚੋਣਾਂ ਵਿੱਚ ਅਨੁਸੂਚਿਤ ਜਾਤੀ ਦੇ ਲਈ ਰਾਖਵੀਆਂ ਸੀਟਾਂ ਤੋਂ ਚੋਣ ਲੜਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਇਲਾਵਾ ਉਹ ਰਾਖਵੇਂਕਰਨ ਨਾਲ ਜੁੜੇ ਹੋਰ ਲਾਭ ਦਾ ਆਨੰਦ ਵੀ ਨਹੀਂ ਲੈ ਪਾਉਣਗੇ। ਵੀਰਵਾਰ 11 ਫਰਵਰੀ 2021 ਨੂੰ ਰਾਜ ਸਭਾ 'ਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਹ ਜਾਣਕਾਰੀ ਦਿੱਤੀ ਹੈ। ਹਿੰਦੂ, ਸਿੱਖ ਜਾਂ ਬੁੱਧ ਧਰਮ ਸਵੀਕਾਰ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਰਾਖਵੀਆਂ ਸੀਟਾਂ ਤੋਂ ਚੋਣ ਲੜਨ ਦਾ ਹੱਕ ਹੋਵੇਗਾ। ਨਾਲ ਹੀ ਉਹ ਹੋਰ ਰਾਖਵਾਂਕਰਨ ਸੰਬੰਧੀ ਲਾਭ ਵੀ ਲੈ ਸਕਣਗੇ। ਭਾਜਪਾ ਆਗੂ GVL ਨਰਸਿਮਹਾ ਰਾਓ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਰਵੀ ਸ਼ੰਕਰ ਪ੍ਰਸਾਦ ਨੇ ਇਨ੍ਹਾਂ ਮੁੱਦਿਆਂ ਤੇ ਜਾਣਕਾਰੀ ਦਿੱਤੀ ਹੈ। ਰਾਖਵਾਂਕਰਨ ਦੇ ਖੇਤਰਾਂ ਤੋਂ ਚੋਣ ਲੜਨ ਦੀ ਪਾਤਰਤਾ ਤੇ ਬੋਲਦੇ ਹੋਏ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਟਰਕਚਰ ਆਰਡਰ ਦੇ ਤੀਜੇ ਪੈਰਾਗ੍ਰਾਫ ਦੇ ਅਨੁਸਾਰ ਕੋਈ ਵੀ ਵਿਅਕਤੀ ਜੋ ਹਿੰਦੂ, ਸਿੱਖ ਜਾਂ ਬੌਧ ਧਰਮ ਤੋਂ ਵੱਖ ਹੈ ਉਸ ਨੂੰ ਅਨੁਸੂਚਿਤ ਜਾਤੀ ਦਾ ਮੈਂਬਰ ਨਹੀਂ ਮੰਨਿਆ ਜਾਵੇਗਾ। ਇਨ੍ਹਾਂ ਗੱਲਾਂ ਦੇ ਆਧਾਰ ਤੇ ਕਾਨੂੰਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸਲਾਮ ਜਾਂ ਈਸਾਈ ਧਰਮ ਸਵੀਕਾਰ ਕਰਨ ਵਾਲੇ ਦਲਿਤਾਂ ਦੇ ਲਈ ਰਾਖਵਾਂਕਰਨ ਦੀ ਨੀਤੀ ਕਿਹੋ ਜਿਹੀ ਹੋਏਗੀ। ਕਾਨੂੰਨ ਮੰਤਰੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਸੰਸਦੀ ਜਾਂ ਲੋਕ ਸਭਾ ਚੋਣਾਂ ਲੜਨ ਵਾਲੇ ਇਸਲਾਮ ਜਾਂ ਈਸਾਈ ਧਰਮ ਦੇ ਪਰਿਵਰਤਨ ਹੋਣ ਵਾਲੇ ਅਨੁਸੂਚਿਤ ਜਾਤੀ ਜਨਜਾਤੀ ਦੇ ਵਿਅਕਤੀ ਨੂੰ ਨਿਸ਼ੇਧ ਕਰਨ ਦੇ ਲਈ ਸੋਧ ਕਰਨ ਦਾ ਪ੍ਰਸਤਾਵ ਮੌਜੂਦ ਨਹੀਂ ਹੈ। Clause 5 of this answer, there is some grammatical error, sir. I sincerely apologize. I had given instructions, sir. It should be read, sir. However, the constitutional framers were keen to end the discrimination against SC, which was unfair and wrong tradition of Hindu society, which needed constitutional correction. This should be the right approach, sir. I'll make a proper request for that. Sir, let me share with this house, sir. When the question of reservation and empowerment of our scheduled caste brethren and sisters and scheduled tribe came about, they were aware for the rationale for which this reservation has to be given. Scheduled caste discrimination was a wrong practice of Hindu society. They were aware. And our tribal friends were away from the society in jungles. They needed to be brought in the mainstream. Therefore, it is only these two communities who, apart from reservation in education, employment, have been given political reservation. Therefore, 1950 scheduled caste order clearly states this shall be available only to Hindus, and later Buddhists and Sikhs were added because in the constitution they are part of the same rubric, sir. The law is very clear, sir, and we uphold this law. We don't want to dilute this law. We don't want to make any compromises. Right. If there are any specific questions of any specific MP's behavior, MLA's behavior is there, that can be looked into. But the status of law is clear, and the Representation of People Act is also clear. You must be a proper scheduled caste assigned under 341 in a particular state. ਕਿ ਸਮਾਜ ਵਿੱਚ ਮਾਣ ਸਨਮਾਨ ਨਾ ਮਿਲਣ ਕਾਰਨ ਦਲਿਤਾਂ ਦੇ ਇੱਕ ਵਰਗ ਨੇ ਈਸਾਈ ਜਾਂ ਮੁਸਲਿਮ ਧਰਮ ਅਪਣਾ ਲਿਆ, ਜਾਂ ਫਿਰ ਇਸ ਤਰ੍ਹਾਂ ਦੇ ਧਰਮ ਪਰਿਵਰਤਨ ਕਰਨ ਵਾਲਿਆਂ ਦੀ ਹਿੰਦੂ ਧਰਮ 'ਚ ਘਰ ਵਾਪਸੀ ਹੋ ਗਈ। ਇਸ ਤਰ੍ਹਾਂ ਦੀਆਂ ਖਬਰਾਂ ਦਰਮਿਆਨ ਧਰਮ ਪਰਿਵਰਤਨ ਕਰਕੇ ਈਸਾਈ ਧਰਮ ਜਾਂ ਇਸਲਾਮ ਧਰਮ ਸਵੀਕਾਰ ਕਰਨ ਵਾਲੇ ਦਲਿਤਾਂ ਦੇ ਅਧਿਕਾਰਾਂ ਦਾ ਮਸਲਾ ਲਗਾਤਾਰ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਧਰਮ ਪਰਿਵਰਤਨ ਕਰਨ ਵਾਲੇ ਦਲਿਤਾਂ ਨੂੰ ਵੀ ਅਨੁਸੂਚਿਤ ਜਾਤੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਉਹਨਾਂ ਨੂੰ ਵੀ ਸਰਕਾਰ ਦੀਆਂ तमाम ਯੋਜਨਾਵਾਂ ਅਤੇ ਰਾਖਵਾਂਕਰਨ ਦੀਆਂ ਸਹੂਲਤਾਂ ਦਾ ਲਾਭ ਦੇਣ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਹੈ। ਇਹ ਮੁੱਦਾ 15 ਸਾਲ ਤੋਂ ਵੀ ਵੱਧ ਸਮੇਂ ਤੋਂ ਸਰਵਉੱਚ ਅਦਾਲਤ ਵਿੱਚ ਪੈਂਡਿੰਗ ਹੋਣ ਦੇ ਬਾਵਜੂਦ ਕਿੰਤੂ ਪਰੰਤੂ ਦਰਮਿਆਨ ਉਲਝਿਆ ਹੋਇਆ ਹੈ। ਹਾਲਾਂਕਿ ਇਸ ਦੌਰਾਨ ਜਨਵਰੀ 2019 ਵਿੱਚ ਸੰਵਿਧਾਨ ਵਿੱਚ 193ਵੇਂ ਸੋਧ ਵਿੱਚ ਮਾਧਿਅਮ ਨਾਲ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਨਾਲ ਉਹਨਾਂ ਸਾਰੇ ਵਿਅਕਤੀਆਂ ਨੂੰ 10% ਰਾਖਵਾਂਕਰਨ ਦੇਣ ਦਾ ਫੈਸਲਾ ਲਿਆ ਗਿਆ ਜਿਨ੍ਹਾਂ ਨੂੰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਸਮਾਜਿਕ ਅਤੇ ਆਰਥਿਕ ਰੂਪ ਨਾਲ ਪਿਛੜੇ ਵਰਗਾਂ ਦੇ ਲਈ ਰਾਖਵਾਂਕਰਨ ਯੋਜਨਾਵਾਂ ਦੇ ਤਹਿਤ ਲਾਭ ਨਹੀਂ ਮਿਲਦਾ ਹੈ। ਧਰਮ ਪਰਿਵਰਤਨ ਤੋਂ ਬਾਅਦ ਈਸਾਈ ਜਾਂ ਇਸਲਾਮ ਧਰਮ ਅਪਣਾਉਣ ਵਾਲੇ ਦਲਿਤਾਂ ਦੇ ਲਈ ਵੀ ਸਰਕਾਰੀ ਨੌਕਰੀਆਂ, ਵਿਦਿਅਕ ਅਦਾਰੇ ਅਤੇ ਕਲਿਆਣਕਾਰੀ ਯੋਜਨਾਵਾਂ 'ਚ ਰਾਖਵਾਂਕਰਨ ਦੇ ਲਾਭ ਦਾ ਮੁੱਦਾ ਲੰਬੇ ਸਮੇਂ ਤੋਂ ਵਿਵਾਦ ਦਾ ਕੇਂਦਰ ਬਣਿਆ ਰਿਹਾ ਹੈ। ਇਸ ਮੁੱਦੇ ਤੇ ਰਾਜਨੀਤਿਕ ਦਲਾਂ 'ਚ ਵੀ ਇੱਕ ਰਾਏ ਨਹੀਂ। ਕੁਝ ਰਾਜਨੀਤਿਕ ਦਲ ਇਸ ਨੂੰ ਵੋਟ ਦੀ ਰਾਜਨੀਤੀ ਨਾਲ ਜੋੜ ਰਹੇ ਹਨ ਤਾਂ ਕੁਝ ਦਾ ਤਰਕ ਹੈ ਕਿ ਅਨੁਸੂਚਿਤ ਜਾਤੀਆਂ ਦੇ ਲਾਭ ਧਰਮ ਪਰਿਵਰਤਨ ਕਰਨ ਵਾਲੇ ਦਲਿਤਾਂ ਨੂੰ ਦੇਣ ਨਾਲ ਦੇਸ਼ ਵਿੱਚ ਧਰਮ ਪਰਿਵਰਤਨ ਦੇ ਮਾਮਲੇ ਵਧਣਗੇ। ਇਹ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਇਆ ਕਿਉਂਕਿ ਹੁਣ ਇੱਕ ਹੋਰ ਸੰਗਠਨ ਨੈਸ਼ਨਲ ਕਾਉਂਸਲ ਆਫ ਦਲਿਤ ਕ੍ਰਿਸਚੀਅਨਜ਼ ਵੀ ਦਲਿਤ ਈਸਾਈਆਂ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ 'ਚ ਸ਼ਾਮਲ ਕਰਾਉਣ ਦੇ ਅਨੁਰੋਧ ਦੇ ਨਾਲ ਕੋਰਟ ਜਾ ਪਹੁੰਚਿਆ। ਕੋਰਟ ਨੇ ਇਸ ਪਟੀਸ਼ਨ ਤੋਂ ਕੇਂਦਰ ਤੋਂ ਜਵਾਬ ਮੰਗਿਆ ਅਤੇ ਇਸ ਤੋਂ ਪਹਿਲਾਂ ਤੋਂ ਹੀ ਪੈਂਡਿੰਗ ਮਾਮਲਿਆਂ ਦੇ ਨਾਲ ਜੋੜ ਲਿਆ ਸੀ।
ਕੋਰਟ ਵਿੱਚ ਪਹਿਲਾਂ ਹੀ ਗੈਰ ਸਰਕਾਰੀ ਸੰਗਠਨ ਸੈਂਟਰ ਫਾਰ ਪਬਲਿਕ ਇੰਟਰਸਟ ਲਿਟੀਗੇਸ਼ਨ ਅਤੇ ਕੁਝ ਦਲਿਤ ਈਸਾਈਆਂ ਅਤੇ ਉਹਨਾਂ ਦੇ ਈਸਾਈ ਸੰਗਠਨਾਂ ਨੇ ਸੰਵਿਧਾਨ ਦੇ ਅਨੁਸੂਚਿਤ ਜਾਤੀ ਆਦੇਸ਼ 1950 ਦੇ ਤੀਜੇ ਪੈਰਾਗ੍ਰਾਫ ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦੇ ਰੱਖੀ ਹੈ। ਇਹਨਾਂ ਪਟੀਸ਼ਨਾਂ 'ਚ ਦਲੀਲ ਦਿੱਤੀ ਗਈ ਕਿ ਸੰਵਿਧਾਨ ਦੇ ਅਨੁਸੂਚਿਤ ਜਾਤੀ ਆਦੇਸ਼ 1950 ਦੇ ਤੀਜੇ ਪੈਰਾਗ੍ਰਾਫ ਦੇ ਪ੍ਰਾਵਧਾਨ ਦੇ ਤਹਿਤ ਹਿੰਦੂ ਧਰਮ, ਸਿੱਖ ਧਰਮ ਅਤੇ ਬੌਧ ਧਰਮ ਦੇ ਇਲਾਵਾ ਕਿਸੇ ਹੋਰ ਧਰਮ ਦਾ ਪਾਲਣ ਕਰਨਾ ਅਤੇ ਧਰਮ ਪਰਿਵਰਤਨ ਕਰਨ ਵਾਲਾ ਅਨੁਸੂਚਿਤ ਜਾਤੀ ਦਾ ਮੈਂਬਰ ਰਾਖਵਾ ਕਰਨ ਦੇ ਲਾਭ ਤੋਂ ਵੰਚਿਤ ਹੋ ਜਾਂਦਾ ਹੈ ਅਤੇ ਇਸੇ ਨੂੰ ਆਧਾਰ ਬਣਾ ਕੇ ਕੇਂਦਰੀ ਮੰਤਰੀ ਨੇ ਹੁਣੇ ਜਵਾਬ ਦਿੱਤਾ ਹੈ। ਅਸਲ ਵਿੱਚ ਕੋਰਟ ਵਿੱਚ ਪਹਿਲੀ ਵਾਰ ਅਪ੍ਰੈਲ 2004 ਵਿੱਚ ਇਹ ਮਾਮਲਾ ਸੁਣਵਾਈ ਦੇ ਲਈ ਆਇਆ। ਇਸ ਦੇ ਕੁਝ ਮਹੀਨੇ ਬਾਅਦ ਹੀ 29 ਅਕਤੂਬਰ 2004 ਨੂੰ ਤਤਕਾਲੀ ਸਰਕਾਰ ਨੇ ਧਾਰਮਿਕ ਅਤੇ ਭਾਸ਼ਾਈ ਘੱਟ ਗਿਣਤੀਆਂ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕਰਨ ਦੇ ਲਈ ਸਾਬਕਾ ਚੀਫ ਜਸਟਿਸ ਰੰਗਨਾਥ ਮਿਸ਼ਰਾ ਦੀ ਅਗਵਾਈ ਵਿੱਚ ਇੱਕ ਕੌਮੀ ਕਮਿਸ਼ਨ ਗਠਿਤ ਕਰ ਦਿੱਤਾ ਸੀ। ਇਸ ਕਮਿਸ਼ਨ ਨੇ 21 ਮਈ 2007 ਨੂੰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ। ਇਸ ਰਿਪੋਰਟ ਦੇ ਚਰਚਾ ਵਿੱਚ ਆਉਂਦੇ ਹੀ ਸਰਕਾਰ ਨੇ ਇਹਨਾਂ ਦੀ ਸਿਫਾਰਿਸ਼ਾਂ ਨੂੰ ਲੈ ਕੇ ਉੱਠ ਰਹੇ ਵਿਰੋਧ ਨੂੰ ਦੇਖਦੇ ਹੋਏ ਇਸ ਨੂੰ 2007 ਵਿੱਚ ਹੀ ਕੌਮੀ ਅਨੁਸੂਚਿਤ ਜਾਤੀ ਆਯੋਗ ਦੇ ਕੋਲ ਵਿਚਾਰ ਦੇ ਲਈ ਭੇਜ ਦਿੱਤਾ ਸੀ। ਅਨੁਸੂਚਿਤ ਜਾਤੀ ਕਮਿਸ਼ਨ ਆਮ ਤੌਰ ਤੇ ਇਸ ਕਮਿਸ਼ਨ ਦੀਆਂ ਸਿਫਾਰਿਸ਼ਾਂ ਨਾਲ ਸਹਿਮਤ ਸੀ। ਮਨਮੋਹਨ ਸਿੰਘ ਸਰਕਾਰ ਨੇ ਹਾਲਾਂਕਿ 18 ਦਸੰਬਰ 2009 ਨੂੰ ਇਹ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ, ਪਰ ਇਸ ਤੋਂ ਪਹਿਲਾਂ ਹੀ ਰੰਗਨਾਥ ਮਿਸ਼ਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਸੀ। ਇਸ ਦੀ ਵਜ੍ਹਾ ਨਾਲ ਇਸ ਰਿਪੋਰਟ ਵਿੱਚ ਦਲਿਤ ਈਸਾਈਆਂ ਅਤੇ ਦਲਿਤ ਮੁਸਲਮਾਨਾਂ ਨੂੰ ਅਨੁਸੂਚਿਤ ਜਾਤੀ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ। ਰੰਗਨਾਥ ਮਿਸ਼ਰਾ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਭਾਸ਼ਾਈ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਪਿਛੜੇ ਵਰਗ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹੋਏ ਸਾਰੇ ਘੱਟ ਗਿਣਤੀਆਂ ਦੇ ਲਈ ਨੌਕਰੀਆਂ, ਸਿੱਖਿਆ ਅਤੇ ਕਲਿਆਣਕਾਰੀ ਯੋਜਨਾਵਾਂ ਵਿੱਚ 15% ਰਾਖਵੇਂਕਰਨ ਦੀ ਵੀ ਸਿਫਾਰਿਸ਼ ਕੀਤੀ ਸੀ। ਕਮਿਸ਼ਨ ਦੀ ਰਿਪੋਰਟ ਆਉਣ ਦੇ ਨਾਲ ਹੀ ਇਸ ਮੁੱਦੇ ਤੇ ਰਾਜਨੀਤੀ ਤੇਜ਼ ਹੋ ਗਈ। ਕਾਂਗਰਸ ਪਾਰਟੀ ਜਿੱਥੇ ਕਮਿਸ਼ਨ ਦੀ ਰਿਪੋਰਟ ਵਿੱਚ ਕੀਤੀਆਂ ਗਈਆਂ ਸਿਫਾਰਿਸ਼ਾਂ ਦੇ ਆਧਾਰ ਤੇ ਦਲਿਤ ਈਸਾਈਆਂ ਅਤੇ ਦਲਿਤ ਮੁਸਲਮਾਨਾਂ ਨੂੰ ਰਾਖਵਾਂਕਰਨ ਅਤੇ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੇ ਲਾਭ ਦੇਣ ਦੇ ਪੱਖ ਵਿੱਚ ਸੀ, ਉੱਥੇ ਹੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਇਸ ਨਾਲ ਸਹਿਮਤ ਨਹੀਂ ਲੱਗਦੀ ਸੀ। ਇਸ ਦਾ ਸੰਕੇਤ ਨਵੰਬਰ 2014 ਵਿੱਚ ਹੀ ਐਨਡੀਏ ਸਰਕਾਰ ਦੇ ਤਤਕਾਲੀ ਮਰਹੂਮ ਵਿੱਤ ਮੰਤਰੀ ਅਰੁਣ ਜੇਟਲੀ ਨੇ ਦਿੱਤਾ ਸੀ। ਸਰਕਾਰ ਨੇ ਇਸ਼ਾਰਿਆਂ ਵਿੱਚ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਦਲਿਤ ਈਸਾਈਆਂ ਅਤੇ ਦਲਿਤ ਮੁਸਲਮਾਨਾਂ ਨੂੰ ਅਨੁਸੂਚਿਤ ਜਾਤੀ ਦੀ ਸ਼੍ਰੇਣੀ 'ਚ ਰੱਖਣ ਦੇ ਪੱਖ ਵਿੱਚ ਨਹੀਂ ਹਨ। ਸੋ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਹੁਣ ਇਸ ਬਾਰੇ ਤਸਵੀਰ ਬਿਲਕੁਲ ਸਾਫ਼ ਕਰ ਦਿੱਤੀ ਹੈ। ਮੰਤਰੀ ਦਾ ਇਹ ਬਿਆਨ ਹਿੰਦੂ, ਸਿੱਖ ਧਰਮ ਜਾਂ ਬੁੱਧ ਧਰਮ ਨੂੰ ਅਪਣਾਉਣ ਵਾਲਿਆਂ ਨਾਲ ਇਸਲਾਮ ਅਤੇ ਈਸਾਈ ਧਰਮ ਅਪਣਾਉਣ ਵਾਲਿਆਂ ਵਿੱਚ ਅੰਤਰ ਸਪਸ਼ਟ ਕਰ ਦਿੰਦਾ ਹੈ। ਕੇਂਦਰੀ ਕਾਨੂੰਨ ਮੰਤਰੀ ਨੇ ਹਾਲਾਂਕਿ ਸਪਸ਼ਟ ਕੀਤਾ ਹੈ ਕਿ ਇਸਲਾਮ ਜਾਂ ਈਸਾਈ ਧਰਮ ਨੂੰ ਬਦਲਣ ਵਾਲਿਆਂ SC/ST ਨੂੰ ਸੰਸਦੀ ਜਾਂ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਲੋਕ ਪ੍ਰਤੀਨਿਧੀ ਐਕਟ ਵਿੱਚ ਕੋਈ ਸੋਧ ਲਿਆਉਣ ਦਾ ਉਹਨਾਂ ਦਾ ਕੋਈ ਪਤਾ ਨਹੀਂ ਹੈ। ਪਰ ਇਸ ਦੇ ਬਾਵਜੂਦ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਧਰਮ ਪਰਿਵਰਤਨ ਕਰਕੇ ਈਸਾਈ ਜਾਂ ਇਸਲਾਮ ਧਰਮ ਵਿੱਚ ਜਾਣ ਵਾਲੇ SC ਜਾਂ ST ਵਰਗ ਦੇ ਲੋਕਾਂ ਨੂੰ ਫਿਲਹਾਲ ਉਹ ਸਹੂਲਤਾਂ ਨਹੀਂ ਮਿਲਣਗੀਆਂ ਜਿਹੋ ਜਿਹੀਆਂ ਸਹੂਲਤਾਂ ਇਸ ਤੋਂ ਪਹਿਲਾਂ ਉਹ ਮਾਣ ਰਹੇ ਸਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।